अस्सलाम वालेकुम। मैं तुहाडा लकी भाई अपनी जाति चैनल तो तुहाडे नाल गल कर रहा। अज का जिहड़ा वाकया वो ना मेरे नाल ते मेरे भाई गौहर दे नाल पेश आया सी। असी KPK चो यानी कि खैबर पखतूनख्वा चो ना चूज़ा ला के असी वापस आ रहे सी ते वापसी ते आउंदे ना जिहड़ा झाल वाली साइड बनदी है ना इधरली साइड ते ना सरदार बाईपास तो उरली साइड तो आन के उधरली साइड ते आ रहे सी विचों दी असी हो गए यानी कि शार्टकट मारन वास्ते विचों दी हो गए। तो बिलाल भाई ने फोन किया सी गड्डी असीं उन्हां दी लै गए सी बिलाल भाई वाली गड्डी ना ते भाई गौहर वाली गड्डी भाई बिलाल को सी भाई बिलाल वाली गड्डी साडे कोल सी ते ओह गड्डी ना उत्थे चेंज करनी सी चेंज करके ते असीं वापस घर नूं आना सी ते असीं उत्थे रस्ते च आउंदे ते रस्ते दे विच ना नेरी चल पई नेरी बहुत स्पीड नाल चलन दई सी ते असीं आई जा रहे सी अपना स्लो ते नेरी चलन दई ते नेरी चल के थोड़ी जी घट गई ते असीं आ रहे ते खंभा ना एक डिग्गिया ते डिग के ना तारां जिहड़ियां ना रोड ते आ गई यानी कि रोड दे उत्ते तारां आ गईयां जिहदे विच मतलब कि ਜਿਹੜੀਆਂ ਛੋਟੀਆਂ ਮੋਟਰਸਾਈਕਲ ਵਗੈਰਾ ਉਹ ਤਾਂ ਲੰਘ ਸਕਦੇ, ਜਿਹੜੀ ਵੱਡੀ ਗੱਡੀ ਨਾ ਯਾਨੀ ਕਿ ਉਹ ਨਸੀ ਲੰਘ ਸਕਦੀ, ਉਹਦੇ ਨਾਲ ਥੱਲਿਓਂ ਦੀ ਨਸੀ ਲੰਘ ਸਕਦੀ, ਉਹ ਨਾ ਉੱਲਰ ਗਿਆ ਸੀ ਇੰਜਨ ਉੱਲਰ ਗਿਆ। ਤੇ ਮੈਂ ਨਾ ਭਾਈ ਨੂੰ ਦੱਸਿਆ, ਮੈਂ ਕਿਹਾ ਭਾਈ ਬ੍ਰੇਕ ਲਾ ਲਓ। ਭਾਈ ਨੇ ਜ਼ਰਾ ਗੌਰ ਨਹੀਂ ਸੀ ਕੀਤਾ ਉਦੋਂ। ਭਾਈ ਨੇ ਕਿਹਾ ਕੀ ਗੱਲ ਖੈਰ? ਮੈਂ ਕਿਹਾ ਭਾਈ ਇਹ ਤਾਰਾਂ ਨਾ ਉੱਤੇ ਛੱਤ ਤੇ ਲੱਗ ਜਾਣੀਆਂ ਗੱਡੀ ਦੇ ਨਾ, ਮੇਨ ਤਾਰਾਂ ਵਾ ਜ਼ਿਆਦਾ ਵੋਲਟ ਵਾਲੀਆਂ ਵਾ, ਛੱਤ ਤੇ ਲੱਗ ਜਾਣੀਆਂ ਵਾ ਤੇ ਨਾ ਮਸਲਾ ਬਣ ਜਾਣਾ, ਇਹ ਕੋਈ ਵੀ ਮਸਲਾ ਬਣ ਸਕਦਾ। ਭਾਈ ਨੇ ਦੇਖਿਆ, ਭਾਈ ਨੇ ਕਿਹਾ ਹੁਣ ਨਾ ਕਿ ਸਾਡਾ ਤਾਂ ਅੱਗੇ ਇੰਤਜ਼ਾਰ ਹੋ ਰਿਹਾ ਸੀ ਇਸ ਕਿ ਉੱਥੇ ਨਾ ਇੱਕ ਕਲੋਨੀ ਸੀ, ਕਲੋਨੀ ਦੇ ਵਿੱਚ ਨਾ ਕਲੋਨੀ ਦਾ ਇਹ ਸੀਗਾ ਕਿ ਕਲੋਨੀ ਚੋਂ ਅਸੀਂ ਅਗਰ ਐਂਟਰੀ ਕਰਦੇ ਨਾ ਗੱਡੀ ਦੀ ਤੇ ਦੂਸਰੇ ਬੰਨੋਂ ਨਿਕਲਦੇ ਨਾ ਤੇ ਸਾਨੂੰ ਨਾ ਇਹ ਮਤਲਬ ਕਿ ਇੱਕ ਕਲੋਨੀ ਚੋਂ ਵੜਨਾ ਤੇ ਦੂਸਰੇ ਬੰਨੋਂ ਨਿਕਲਣਾ ਤੇ ਅਸੀਂ ਰੋਡ ਤੇ ਫਿਰ ਦੁਬਾਰਾ ਹੋ ਜਾਣਾ ਸੀ ਤੇ ਉਹ ਤਕਰੀਬਨ 1 ਮਿੰਟ ਦਾ ਸਾਡਾ ਫਾਸਲਾ ਵਧਣਾ ਸੀ। ਤੇ ਲੇਕਿਨ ਤੁਹਾਨੂੰ ਪਤਾ ਹੀ ਆ ਕਲੋਨੀ ਵਾਲਿਆਂ ਦੇ ਗਾਰਡਾਂ ਦਾ ਤੇ ਕਲੋਨੀ ਵਾਲੇ ਲੋਕਾਂ ਦਾ ਕਿ ਜੀ ਆਹ ਗੱਡੀ ਅੰਦਰ ਨਹੀਂ ਆ ਸਕਦੀ, ਇੰਜ ਨਹੀਂ ਹੋ ਸਕਦਾ ਜੀ, ਸਾਨੂੰ ਅਲਾਊ ਨਹੀਂ ਹੈ, ਸਾਨੂੰ ਇੰਜ ਨਹੀਂ ਹੈ, ਠੀਕ ਹੈ ਨਾ। ਅਸੀਂ ਫਿਰ ਨਾ ਤਕਰੀਬਨ 16-17 ਕਿਲੋਮੀਟਰ ਦਾ ਸਫ਼ਰ ਦੁਬਾਰਾ ਕੀਤਾ, ਘੁੰਮ ਕੇ ਆਏ 16-17 ਕਿਲੋਮੀਟਰ ਸਫ਼ਰ ਬਾਹਰੋਂ ਦੀ ਘੁੰਮਾ ਕੇ ਆਏ। ਤੇ ਅਗਰ ਸਾਨੂੰ ਉੱਥੋਂ ਦੀ ਇੰਨੀ ਇਜਾਜ਼ਤ ਮਿਲਦੀ ਅਸੀਂ 1 ਮਿੰਟ ਦੇ ਵਿੱਚ ਇੱਧਰੋਂ ਵੜਨਾ ਸੀ, ਉੱਧਰ ਨਿਕਲਣਾ ਸੀ, ਚਲੋ ਜੀ ਅਸੀਂ ਆਪਣਾ ਰੂਟ ਜਿਹੜਾ ਕਰਨਾ ਸਹੀ। ਤਕਰੀਬਨ ਅੱਧਾ ਪੌਣਾ ਘੰਟਾ ਲੇਟ ਹੋ ਗਏ, ਜਾਣੀ ਕਿ ਜਦੋਂ ਘੁੰਮਾ ਕੇ ਹੀ ਆਉਣਾ ਅੱਧਾ ਪੌਣਾ ਘੰਟਾ ਲੇਟ ਹੋ ਗਏ। ਤੇ ਬਾਕੀ ਇਹ ਕਿ ਅਕਸਰ ਕਈ ਦਫਾ ਇੱਦਾਂ ਹੋ ਜਾਂਦਾ ਵਾ ਕਿ ਜਿਹੜੇ ਨਾ ਕਲੋਨੀ ਵਾਲੇ ਜਿਹੜੇ ਕਹਿੰਦੇ ਜੀ ਸਾਨੂੰ ਅਲਾਊ ਨਹੀਂ ਹੈ, ਉਹਨਾਂ ਦੇ ਵੀ ਜਿਹੜੇ ਚੌਕੀਦਾਰ ਉਹਨਾਂ ਦੀ ਵੀ ਵਿਚਾਰਿਆਂ ਦੀ ਡਿਊਟੀ ਵੀ ਇਹੀ ਹੁੰਦੀ ਹੈ ਨਾ ਕਿ ਗੈਰ ਮੁਤਲਕਾ ਬੰਦੇ ਨੂੰ ਅੰਦਰ ਨਹੀਂ ਆਉਣ ਦੇਣਾ ਤੇ ਉੱਥੋਂ ਦੀ ਲੰਘਣ ਨਹੀਂ ਦੇਣਾ। ਲੇਕਿਨ ਉਹਨਾਂ ਦਾ ਵਿਚਾਰਿਆਂ ਦਾ ਇੱਕ ਕਸੂਰ ਹੈ, ਲੇਕਿਨ ਕਸੂਰ ਇਸ ਚੀਜ਼ ਦਾ ਹੋ ਜਾਂਦਾ ਕਿ ਕਿਸੇ ਟਾਈਮ ਅਗਰ ਰਸਤਾ ਬਲਾਕ ਹੈ ਵਾ ਤੇ ਥੋੜੀ ਜਿਹੀ ਇੰਨੀ ਕੁ ਇਜਾਜ਼ਤ ਹੋ ਜਾਣੀ ਚਾਹੀਦੀ ਹੈ ਕਿ ਆਪਣੀ ਸੋਸਾਇਟੀ ਦੇ ਵਿੱਚ ਨਹੀਂ ਗੁਜ਼ਰ ਜਾਏ ਬੰਦਾ, ਮਜਬੂਰੀ ਨਾਲ ਕੋਈ ਗੁਜ਼ਰਨ ਦਿਆ ਕਿਹੜਾ ਉੱਥੇ ਸ਼ੌਕ ਨਾਲ ਗੁਜ਼ਰਨਾ। ਉਹਨੇ ਇੱਕ ਅੱਧੀ ਗੱਡੀ ਜਾਂ 2 ਗੱਡੀਆਂ ਜਿਹੜੀਆਂ ਮੇਨ ਵੱਡੀਆਂ ਗੱਡੀਆਂ ਲੰਘਾ ਦਿੰਦੇ, ਮੁੜ ਕੇ ਤਾਂ ਸਾਰਾ ਕੁਛ ਸਿਸਟਮ ਯੈਸ ਹੋ ਹੀ ਜਾਂਦਾ। ਬਾਕੀ ਤੁਹਾਡੇ ਨਾਲ ਵੀ ਕਿਤੇ ਇੱਦਾਂ ਦਾ ਵਾਕਿਆ ਹੋਵੇ ਤਾਂ ਦੱਸਿਓ ਜ਼ਰੂਰ। ਤੁਸੀਂ ਇੱਕ ਤਾਂ ਭਾਈ ਕੰਜੂਸੀ ਕਰਦੇ ਦੱਸਦੇ ਨਹੀਂ, ਦੱਸ ਦਿਆ ਕਰੋ ਕੋਈ। ਬਾਕੀ ਦੁਆ ਯਾਦ ਰੱਖਿਓ, ਬੜੀ ਮਿਹਰਬਾਨੀ। ਅੱਲਾ ਹਾਫਿਜ਼।